So, students, in this session, today we are going to begin with the topic transcription, right? ਅਸੀਂ ਆਲਰੇਡੀ ਰੈਪਲੀਕੇਸ਼ਨ ਪੜ੍ਹ ਚੁੱਕੇ ਹਾਂ ਸਟੂਡੈਂਟਸ। ਰੈਪਲੀਕੇਸ਼ਨ ਕੀ ਹੁੰਦੀ ਹੈ? ਡੀਐਨਏ ਤੋਂ ਡੀਐਨਏ ਬਣਨਾ, ਠੀਕ ਹੈ ਜੀ, ਡੀਐਨਏ ਦੀ ਕਾਪੀ ਬਣਨਾ। ਐਂਡ ਵਨ ਮੋਰ ਇੰਪੋਰਟੈਂਟ ਥਿੰਗ ਟੂ ਬੀ ਰਿਮੈਂਬਰਡ ਹੇਅਰ ਇਜ਼ ਕਿ ਡੀਐਨਏ ਦੇ ਦੋਨੋਂ ਸਟ੍ਰੈਂਡਸ ਰੈਪਲੀਕੇਸ਼ਨ ਕਰਦੇ ਆ, ਮੀਨ ਦੋਨੋਂ ਸਟ੍ਰੈਂਡ ਆਪਣੀ ਆਪਣੀ ਕਾਪੀ ਬਣਾਉਂਦੇ ਨੇ, ਰਾਈਟ। ਬਟ ਜੋ ਟੌਪਿਕ ਅਸੀਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਉਹ ਹੈ ਟਰਾਂਸਕ੍ਰਿਪਸ਼ਨ। ਟਰਾਂਸਕ੍ਰਿਪਸ਼ਨ ਕੀ ਹੈ? ਡੀਐਨਏ ਤੋਂ ਆਰਐਨਏ ਬਣਨਾ। ਸੋ ਬਿਫੋਰ ਸਟਾਰਟਿੰਗ ਦਿਸ ਟਰਾਂਸਕ੍ਰਿਪਸ਼ਨ ਇੱਕ ਛੋਟਾ ਜਿਹਾ ਟੌਪਿਕ ਹੈ ਬੱਚੇ, ਜੀਨਸ ਐਂਡ ਐਨਜ਼ਾਈਮ। ਇੱਕ ਦੋ ਜਿਹੜੇ ਬਾਇਓਲੋਜਿਸਟ ਸੀ, ਸਾਇੰਟਿਸਟ ਸੀ, ਬੀਡਲ ਐਂਡ ਟੈਟਮ, ਉਹਨਾਂ ਨੇ ਵਨ ਜੀਨ ਵਨ ਐਨਜ਼ਾਈਮ ਹਾਈਪੋਥੇਸਿਸ ਦਿੱਤਾ ਸੀ। ਬੇਟਾ ਦੇਅਰ ਇਜ਼ ਅ ਡਿਫਰੈਂਸ ਬਿਟਵੀਨ ਹਾਈਪੋਥੇਸਿਸ ਐਂਡ ਲਾਅ ਜਿਹੜਾ ਹੈ ਉਹ ਯੂਨੀਵਰਸਲੀ ਐਕਸੈਪਟਿਡ ਹੋ ਜਾਂਦਾ ਹੈ। ਹਾਈਪੋਥੇਸਿਸ ਕੋਈ ਸਾਇੰਟਿਸਟ, ਕੋਈ ਬਾਇਓਲੋਜਿਸਟ, ਕੋਈ ਇਨਵਾਇਰਮੈਂਟਲਿਸਟ ਕੋਈ ਆਪਣਾ ਹਾਈਪੋਥੇਸਿਸ ਦਿੰਦੇ ਨੇ, ਹੋ ਸਕਦਾ ਉਹ ਕਈ ਲੋਕ ਉਹਨੂੰ ਐਕਸੈਪਟ ਕਰ ਲੈਣ, ਕਈ ਉਹਨੂੰ ਕ੍ਰਿਟਿਸਾਈਜ਼ ਕਰ ਦੇਣ। ਚਲੋ ਐਨੀ ਹਾਓ, ਵਨ ਜੀਨ ਵਨ ਐਨਜ਼ਾਈਮ ਹਾਈਪੋਥੇਸਿਸ ਕੀ ਕਹਿੰਦਾ ਹੈ? ਬੀਡਲ ਤੇ ਟੈਟਮ ਨੇ ਦੇ ਵਰ ਵਰਕਿੰਗ ਔਨ ਮੋਲਡ, ਪਿੰਕ ਮੋਲਡ 'ਤੇ ਕੰਮ ਕਰ ਰਹੇ ਸੀ, ਨਿਊਰੋਸਪੋਰਾ 'ਤੇ। ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਜੀਨ ਕੰਟਰੋਲ ਦਾ ਫੰਕਸ਼ਨਲ ਟ੍ਰੇਟ ਥਰੂ ਕੰਟਰੋਲਿੰਗ ਸਿੰਥਸਿਸ ਆਫ ਸਪੈਸੀਫਿਕ ਪ੍ਰੋਟੀਨ। ਜੀਨ ਕੋਈ ਵੀ ਫੰਕਸ਼ਨ, ਕੋਈ ਵੀ ਸਾਡੀ ਬੋਡੀ 'ਚ ਜਿਹੜਾ ਟ੍ਰੇਟ ਹੈ, ਕੋਈ ਵੀ ਸਾਡੀ ਬੋਡੀ 'ਚ ਜਿਹੜਾ ਕਰੈਕਟਰ ਹੈ, ਸਾਨੂੰ ਪਤਾ ਕੌਣ ਕੰਟਰੋਲ ਕਰਦਾ? ਜੀਨ। ਕਿਵੇਂ ਕੰਟਰੋਲ ਕਰਦੇ ਨੇ? ਸਪੈਸੀਫਿਕ ਪ੍ਰੋਟੀਨ ਜਾਂ ਐਨਜ਼ਾਈਮ ਬਣਾ ਕੇ। ਮੈਂ ਰਿਪੀਟ ਕਰਦੀ ਹਾਂ, ਜੀਨ ਜਿਹੜੇ ਨੇ ਸਾਡੀ ਬੋਡੀ ਦੇ ਫੰਕਸ਼ਨਸ ਨੂੰ ਕੰਟਰੋਲ ਕਰਦੇ ਨੇ। ਪਤਾ ਹੈ ਸਾਨੂੰ ਸਾਡੇ ਟ੍ਰੇਟ, ਸਾਡੇ ਕਰੈਕਟਰ, ਉਹਨਾਂ ਨੂੰ ਕੰਟਰੋਲ ਕੌਣ ਕਰਦਾ? ਜੀਨ। ਇੰਨਾ ਕਲੀਅਰ ਹੈ? ਕਿਵੇਂ? ਬਾਈ ਸਿੰਥਸਿਸ ਆਫ ਪ੍ਰੋਟੀਨ ਔਰ ਐਨਜ਼ਾਈਮ। ਇਸੀ ਕਰਕੇ ਵਨ ਜੀਨ ਵਨ ਐਨਜ਼ਾਈਮ ਹਾਈਪੋਥੇਸਿਸ ਨਾਮ ਪਿਆ। ਲੇਟਰ ਔਰ ਯੈਨੋਵਸਕੀ ਨੇ, ਯੈਨੋਵਸਕੀ ਐਟ ਆਲ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਮੀਨਸ ਹਿਜ਼ ਕੋ ਵਰਕਰਸ। ਸੋ ਉਹਨਾਂ ਨੇ ਕੀ ਪ੍ਰਪੋਜ਼ ਕੀਤਾ ਸੀ? ਵਨ ਜੀਨ ਵਨ ਪੋਲੀਪੈਪਟਾਈਡ ਹਾਈਪੋਥੇਸਿਸ। ਬੇਟਾ ਸੇਮ ਆਲਮੋਸਟ ਚੀਜ਼ ਹੈ ਕਿ ਸਟਰਕਚਰਲ ਜੀਨ ਸਪੈਸੀਫਾਈ ਦ ਸਿੰਥਸਿਸ ਆਫ, ਕੋਈ ਵੀ ਜਿਹੜਾ ਜੀਨ ਹੈ ਉਹ ਸਪੈਸੀਫਿਕ ਪੋਲੀਪੈਪਟਾਈਡ ਬਣਾਉਂਦਾ। ਵਾਟ ਇਜ਼ ਪੋਲੀਪੈਪਟਾਈਡ? ਕਹਿ ਲਓ ਪ੍ਰੋਟੀਨ ਹੀ ਹੈ, ਕਿਉਂਕਿ ਅਮਾਈਨੋ ਐਸਿਡ ਅਮਾਈਨੋ ਐਸਿਡ ਅਮਾਈਨੋ ਐਸਿਡ ਅਮਾਈਨੋ ਐਸਿਡ ਅਮਾਈਨੋ ਐਸਿਡ ਜੁੜ ਕੇ ਪੋਲੀਪੈਪਟਾਈਡ ਜਾਂ ਪ੍ਰੋਟੀਨ ਬਣਾਉਂਦੇ ਨੇ, ਠੀਕ ਹੈ। ਪੈਪਟਾਈਡ, ਪੋਲੀਪੈਪਟਾਈਡ, ਪ੍ਰੋਟੀਨਸ, ਸੋ ਇਹ ਸਭ ਜਿਹੜੇ ਨੇ these are made up of amino acid. So one gene one enzyme hypothesis and one gene one polypeptide hypothesis, right? So ਹੁਣ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਪ੍ਰੋਸੈਸ ਆਫ ਟਰਾਂਸਕ੍ਰਿਪਸ਼ਨ। ਫਸਟ ਆਫ ਆਲ ਲੈਟਸ ਡਿਸਕਸ ਦ ਡੈਫੀਨੇਸ਼ਨ ਆਫ ਟਰਾਂਸਕ੍ਰਿਪਸ਼ਨ। ਸੋ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਬੇਟਾ ਡੀਐਨਏ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ, ਜਿਹੜੀ ਜੈਨੇਟਿਕ ਇਨਫੋਰਮੇਸ਼ਨ ਡੀਐਨਏ 'ਚ ਪ੍ਰੈਜ਼ੈਂਟ ਹੁੰਦੀ ਹੈ, ਉਹਨੂੰ ਕਾਪੀ ਕਰਨਾ, ਡੀਐਨਏ ਤੋਂ ਕੀ ਬਣਾਉਣਾ? ਆਰਐਨਏ। ਉਹੀ ਇਨਫੋਰਮੇਸ਼ਨ ਡੀਐਨਏ ਤੋਂ ਕਿੱਚ ਚਲੀ ਜਾਂਦੀ ਹੈ? ਆਰਐਨਏ। ਦਾ ਪ੍ਰੋਸੈਸ ਇਜ਼ ਕਾਲਡ ਐਸ ਟਰਾਂਸਕ੍ਰਿਪਸ਼ਨ। ਅਗਰ ਮੈਂ ਸਿੰਪਲ ਲੈਂਗੁਏਜ ਵਿੱਚ ਕਹਾਂ, ਡੀਐਨਏ ਤੋਂ ਡੀਐਨਏ ਬਣਨ ਦੇ ਪ੍ਰੋਸੈਸ ਨੂੰ ਰੈਪਲੀਕੇਸ਼ਨ ਕਹਿੰਦੇ ਆ, ਡੀਐਨਏ ਤੋਂ ਆਰਐਨਏ ਬਣਨ ਦੇ ਪ੍ਰੋਸੈਸ ਨੂੰ ਟਰਾਂਸਕ੍ਰਿਪਸ਼ਨ ਕਹਿੰਦੇ ਆ, ਠੀਕ ਹੈ ਜੀ। ਹੁਣ ਇਫ ਯੂ ਰਿਮੈਂਬਰ ਮਾਈ ਯੈਸਟਰਡੇਜ਼ ਲੈਕਚਰ, ਤਾਂ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਡੀਐਨਏ ਤੋਂ ਡੀਐਨਏ ਬਣਾਉਣ ਲਈ ਜਿਹੜੀ ਮੇਨ ਐਨਜ਼ਾਈਮ ਵਰਕ ਕਰਦੀ ਹੈ, ਦੈਟ ਇਜ਼ ਡੀਐਨਏ ਪੋਲੀਮਰੇਜ਼। ਹੇਅਰ ਜਦੋਂ ਟਰਾਂਸਕ੍ਰਿਪਸ਼ਨ ਹੋਣੀ ਹੈ, ਡੀਐਨਏ ਤੋਂ ਆਰਐਨਏ ਬਣਨਾ, ਦਾ ਐਨਜ਼ਾਈਮ ਵਿਚ ਇਜ਼ ਯੂਜ਼ਡ ਔਰ ਵਿਚ ਇਜ਼ ਵੈਰੀ ਇੰਪੋਰਟੈਂਟ ਹੇਅਰ ਇਜ਼ ਆਰਐਨਏ ਪੋਲੀਮਰੇਜ਼। In replication, DNA polymerase is the major enzyme. In transcription, RNA polymerase is the major enzyme. Then, transcription ਕਿੱਥੇ ਹੁੰਦੀ ਹੈ? Transcription takes place in the nucleus. If we talk about eukaryotic cells, ਤਾਂ ਅਸੀਂ ਰੈਪਲੀਕੇਸ਼ਨ ਦੇ ਕੇਸ 'ਚ ਵੀ ਇਹੀ ਕੀਤਾ ਸੀ ਕਿ ਰੈਪਲੀਕੇਸ਼ਨ ਵੀ, ਤੇ ਜੇ ਅਸੀਂ ਯੂਕੈਰੀਓਟਸ ਦੀ ਗੱਲ ਕਰੀਏ ਤਾਂ ਟਰਾਂਸਕ੍ਰਿਪਸ਼ਨ ਵੀ ਕਿਹਦੇ ਵਿੱਚ ਹੁੰਦੀ ਹੈ? ਨਿਊਕਲੀਅਸ 'ਚ, ਠੀਕ ਹੈ ਜੀ। ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਗੱਲ, ਅਸੀਂ ਜਿਹੜਾ ਯੈਸਟਰਡੇ ਰੈਪਲੀਕੇਸ਼ਨ ਦਾ ਟੌਪਿਕ ਕੀਤਾ ਸੀ, ਮੈਂ ਹੁਣੇ ਵੀ ਇਸ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਵੀ ਕਿਹਾ ਸੀ ਕਿ ਸਟੂਡੈਂਟਸ, ਜਿਹੜੇ ਡੀਐਨਏ ਦੇ ਦੋ ਸਟ੍ਰੈਂਡਸ ਹੁੰਦੇ ਨੇ, ਦੋਨਾਂ ਤੋਂ ਡੀਐਨਏ ਬਣ ਸਕਦਾ, ਦੋਨਾਂ ਦੀ ਕਾਪੀ ਬਣ ਸਕਦੀ ਹੈ, ਮੀਨਸ ਰੈਪਲੀਕੇਸ਼ਨ ਹੋ ਸਕਦੀ ਹੈ, ਠੀਕ ਹੈ ਜੀ। ਬਟ ਅਗਰ ਟਰਾਂਸਕ੍ਰਿਪਸ਼ਨ ਦੀ ਗੱਲ ਕਰੀਏ ਤਾਂ ਅੱਜ ਇੱਕ ਬੜੀ ਇੰਪੋਰਟੈਂਟ ਚੀਜ਼ ਸਮਝਣ ਵਾਲੀ ਇਹ ਹੈ ਕਿ ਆਊਟ ਆਫ ਦ ਟੂ ਸਟ੍ਰੈਂਡਸ ਆਫ ਡੀਐਨਏ ਦੇ ਜਿਹੜੇ ਦੋਨੋਂ ਸਟ੍ਰੈਂਡਸ ਨੇ, ਆਊਟ ਆਫ ਦੋਜ਼ ਟੂ ਸਟ੍ਰੈਂਡਸ ਓਨਲੀ ਵਨ ਇਜ਼ ਏਬਲ ਟੂ ਸਿੰਥਸਾਈਜ਼ ਆਰਐਨਏ। ਸਿਰਫ ਇੱਕ ਹੈ ਜਿਹੜੀ ਆਰਐਨਏ ਬਣਾਉਣ 'ਚ ਹੈਲਪ ਕਰ ਸਕਦੀ ਹੈ, ਐਂਡ ਦੈਟ ਸਟ੍ਰੈਂਡ ਇਜ਼ ਕਾਲਡ ਐਸ ਟੈਂਪਲੇਟ ਔਰ ਐਂਟੀਸੈਂਸ ਸਟ੍ਰੈਂਡ।
ਔਰ ਉਹਦੀ ਪੋਲੈਰਿਟੀ 3' to 5' ਡਾਇਰੈਕਸ਼ਨ 'ਚ ਹੁੰਦੀ ਹੈ। ਮੈਂ ਰਿਪੀਟ ਕਰਦੀ ਹਾਂ, ਆਊਟ ਆਫ ਦ 2 ਸਟ੍ਰੈਂਡਸ ਆਫ ਡੀਐਨਏ ਦੇ ਦੋਨਾਂ ਸਟ੍ਰੈਂਡਸ ਦੇ ਵਿੱਚੋਂ ਸਿਰਫ ਇੱਕ ਸਟ੍ਰੈਂਡ, ਓਨਲੀ one strand is able to synthesize or one strand is able to direct the synthesis of RNA ਬਣਾਉਣ 'ਚ ਹੈਲਪ ਕਰ ਸਕਦਾ ਜਾਂ ਡਾਇਰੈਕਸ਼ਨ ਦੇ ਸਕਦਾ, ਲੇਕਿਨ ਦੂਜਾ ਸਟ੍ਰੈਂਡ RNA ਨਹੀਂ ਬਣਾ ਸਕਦਾ, ਉਹ ਆਪਣੀ ਇਨਫੋਰਮੇਸ਼ਨ ਨੂੰ ਅੱਗੇ ਕਨਵੇ ਨਹੀਂ ਕਰ ਸਕਦਾ। ਤਾਂ ਜਿਹੜਾ ਸਟ੍ਰੈਂਡ DNA ਦਾ ਉਹਦੀ ਪੋਲੈਰਿਟੀ ਕੀ ਹੈ 3' to 5', ਸਿਰਫ ਉਹੀ ਸਟ੍ਰੈਂਡ ਜਿਹੜਾ ਹੈ ਉਹ ਅੱਗੇ RNA ਬਣਾਏਗਾ। ਹੁਣ ਇਹ ਗੱਲ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ DNA ਦੇ ਦੋਨਾਂ ਸਟ੍ਰੈਂਡ ਦੇ ਵਿੱਚੋਂ ਸਿਰਫ ਇੱਕ ਸਟ੍ਰੈਂਡ ਐਸਾ ਹੈ ਜਿਹੜਾ RNA ਬਣਾ ਸਕਦਾ ਹੈ ਜਾਂ ਡਾਇਰੈਕਟ ਕਰ ਸਕਦਾ RNA ਬਣਾਉਣ 'ਚ। ਉਸ ਸਟ੍ਰੈਂਡ ਦੇ ਕੁਝ ਨੇਮਸ ਨੇ ਬੱਚੇ, ਉਹ ਨੇਮਸ ਇੱਥੇ ਯਾਦ ਰੱਖਣੇ ਆ। ਟੈਂਪਲੇਟ ਸਟ੍ਰੈਂਡ ਜਿਹਦੇ ਤੋਂ RNA ਬਣਦਾ ਹੈ ਉਹਨੂੰ ਐਂਟੀਸੈਂਸ ਵੀ ਕਹਿੰਦੇ ਆ। ਕੀ ਕਹਿੰਦੇ? ਐਂਟੀਸੈਂਸ। ਇਸੀ ਸਟ੍ਰੈਂਡ ਨੂੰ ਬੱਚੇ ਨੌਨ ਕੋਡਿੰਗ ਵੀ ਕਹਿੰਦੇ ਆ, ਜਦ ਕਿ ਆਪਾਂ ਨੂੰ ਨੌਨ ਕੋਡਿੰਗ ਟਰਮ ਇੱਥੇ ਥੋੜ੍ਹੀ ਜਿਹੀ ਅਲੱਗ ਲੱਗ ਰਹੀ ਹੈ, ਕਿਉਂਕਿ ਨੌਨ ਕੋਡਿੰਗ ਦਾ ਮਤਲਬ ਜਿਹੜਾ ਕੋਡ ਨਹੀਂ ਕਰਦਾ, ਪਰ ਨਹੀਂ, ਇਸ ਸਟ੍ਰੈਂਡ ਦਾ ਨਾਮ ਨੌਨ ਕੋਡਿੰਗ ਹੈ। ਅਤੇ ਜਿਹੜਾ ਦੂਸਰਾ ਸਟ੍ਰੈਂਡ ਹੈ 5' to 3' ਡਾਇਰੈਕਸ਼ਨ ਵਾਲਾ, ਜਿਹੜਾ RNA ਸਿੰਥੇਸਾਈਜ਼ ਨਹੀਂ ਕਰਾ ਸਕਦਾ, ਉਹਨੂੰ ਸਗੋਂ ਆਪਾਂ ਕੋਡਿੰਗ, ਸੈਂਸ ਅਤੇ ਨੌਨ ਟੈਂਪਲੇਟ ਕਹਿੰਦੇ ਹਾਂ। ਕੀ ਬੋਲਦੇ ਹਾਂ? ਕੋਡਿੰਗ ਸਟ੍ਰੈਂਡ, ਸੈਂਸ ਸਟ੍ਰੈਂਡ ਅਤੇ ਨੌਨ ਟੈਂਪਲੇਟ। ਇੱਥੇ ਯਾਦ ਰੱਖਣੀ ਹੈ ਗੱਲ ਕਿ ਜਿਹੜਾ ਸਟ੍ਰੈਂਡ DNA ਸਿੰਥੇਸਾਈਜ਼ DNA ਤੋਂ ਜਿਹੜਾ ਸਟ੍ਰੈਂਡ DNA ਦਾ RNA ਬਣਾਉਂਦਾ, ਟੈਂਪਲੇਟ, ਐਂਟੀਸੈਂਸ, ਅਤੇ ਜਿਹੜਾ ਨਹੀਂ ਬਣਾਉਂਦਾ ਕੋਡਿੰਗ, ਸੈਂਸ ਅਤੇ ਨੌਨ ਟੈਂਪਲੇਟ। ਇਹਦੇ 3 ਜਿਹੜੇ ਮੈਂ ਨੇਮਸ ਤੁਹਾਨੂੰ ਦੱਸ ਦਿੱਤੇ। ਠੀਕ ਹੈ, ਸੋ ਇੱਥੋਂ ਸਾਨੂੰ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ DNA ਦੇ ਦੋਨਾਂ ਸਟ੍ਰੈਂਡ ਦੇ ਵਿੱਚੋਂ ਸਿਰਫ ਇੱਕ ਹੀ ਸਟ੍ਰੈਂਡ ਐਸਾ ਹੈ ਜਿਹੜਾ RNA ਨੂੰ ਕੋਡ ਕਰੇਗਾ, ਰਾਈਟ। ਹੁਣ ਬੱਚੇ ਤੁਹਾਡੇ ਮਾਈਂਡ ਦੇ ਵਿੱਚ ਇੱਕ ਕੁਐਸਚਨ ਆ ਰਿਹਾ ਹੋਏਗਾ ਕਿ ਦੋਨਾਂ ਸਟ੍ਰੈਂਡ 'ਚੋਂ ਸਿਰਫ ਇੱਕ ਸਮੇਂ 'ਤੇ, ਮੈਂ ਕਹਿ ਰਹੀ ਹਾਂ ਇੱਕ ਸਮੇਂ 'ਤੇ ਦੋਨਾਂ ਸਟ੍ਰੈਂਡ ਦੇ ਵਿੱਚੋਂ ਸਿਰਫ ਇੱਕ ਹੀ ਐਸਾ ਸਟ੍ਰੈਂਡ ਕਿਉਂ ਹੈ ਜਿਹੜਾ RNA ਬਣਾਉਂਦਾ, ਦੂਜਾ ਕਿਉਂ ਨਹੀਂ ਬਣਾਉਂਦਾ? ਠੀਕ ਹੈ ਜੀ, ਇਹ ਕੁਐਸਚਨ ਮਾਈਂਡ 'ਚ ਆ ਰਿਹਾ ਹੋਏਗਾ। 2 ਮੇਨ ਰੀਜ਼ਨਸ। ਨੰਬਰ 1, ਦੋਨੋਂ ਸਟ੍ਰੈਂਡ ਅਗਰ RNA ਮੋਲੈਕਿਊਲ ਬਣਾਉਣ ਲੱਗ ਗਏ, ਠੀਕ ਹੈ, ਤੁਹਾਨੂੰ ਇੰਨੀ ਗੱਲ ਤਾਂ ਪਤਾ ਹੈ ਕਿ ਜੇ RNA ਬਣਦੇ ਉਸ ਤੋਂ ਬਾਅਦ RNA ਕੀ ਬਣਾਉਣ 'ਚ ਹੈਲਪ ਕਰਦਾ? ਪ੍ਰੋਟੀਨਸ, ਜਿਹੜਾ ਪ੍ਰੋਸੈਸ ਇਸ ਤੋਂ ਬਾਅਦ 'ਚੋਂ ਪੜ੍ਹਨਾ, ਟਰਾਂਸਲੇਸ਼ਨ, ਰਾਈਟ। ਸੋ ਅਗਰ ਦੋਨੋਂ ਸਟ੍ਰੈਂਡ RNA ਮੋਲੈਕਿਊਲਸ ਬਣਾਉਣ ਲੱਗ ਗਏ ਤਾਂ ਫਰਦਰ ਦੋਨੋਂ RNA ਮੋਲੈਕਿਊਲਸ ਕੀ ਬਣਾਉਣਗੇ? ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨਸ। ਜੇ ਅਲੱਗ-ਅਲੱਗ ਤਰ੍ਹਾਂ ਦਾ ਇੱਕ ਜਗ੍ਹਾ 'ਤੇ ਫੰਕਸ਼ਨ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨ ਬਣ ਗਏ ਤਾਂ ਫੰਕਸ਼ਨ ਲਾਸ ਹੋ ਜਾਏਗਾ। ਜਿਹੜੇ ਪ੍ਰੋਟੀਨਸ ਉਹ ਅਲੱਗ-ਅਲੱਗ ਕੰਮ ਕਰਨ ਲੱਗ ਜਾਣਗੇ, ਸਾਡੀ ਬੋਡੀ ਦਾ 'ਤੇ ਅਬਨੋਰਮੈਲਿਟੀ ਆ ਜਾਏਗੀ। ਠੀਕ ਹੈ ਜੀ। ਸੈਕਿੰਡ ਥਿੰਗ, ਅਗਰ 2 RNA ਮੋਲੈਕਿਊਲਸ ਇਕੱਠੇ ਬਣ ਗਏ ਐਂਡ ਉਹ ਮੋਸਟਲੀ ਕੀ ਹੁੰਦੇ? ਕੰਪਲੀਮੈਂਟਰੀ। ਉਹਨਾਂ ਨੇ ਡਬਲ ਸਟ੍ਰੈਂਡਡ ਬਣਾ ਲੈਣਾ, ਫਿਰ ਅੱਗੋਂ ਟਰਾਂਸਲੇਸ਼ਨ ਕਿੱਥੋਂ ਹੋਏਗੀ? ਅੰਡਰਸਟੈਂਡ ਕਰ ਲਿਆ ਨਾ ਕਿ ਜੇ ਦੋਨੋਂ DNA ਨੇ RNA ਬਣਾਤਾ, ਦੋਨੋਂ ਸਟ੍ਰੈਂਡ ਕੰਪਲੀਮੈਂਟਰੀ ਹੋਣਗੇ, ਆਪਸ 'ਚ ਇੰਟਰਵਾਈਨਡ ਕਰ ਜਾਣਗੇ, ਜਿੱਦਾਂ ਹੁਣ DNA ਹੋਇਆ। ਅੱਗੇ ਆਪਾਂ DNA ਨੂੰ ਮੁਸ਼ਕਿਲ ਨਾਲ ਖੋਲ੍ਹ ਕੇ ਉੱਤੋਂ RNA ਬਣਾ ਰਹੇ। ਹੁਣ RNA ਜੇ ਦੋਨੋਂ ਸਟ੍ਰੈਂਡਸ ਤੋਂ ਬਣ ਗਿਆ ਤਾਂ ਦੋਨੋਂ ਆਪਸ 'ਚ ਫਿਰ ਤੋਂ ਹੋ ਜਾਣਗੇ ਕੰਪਲੀਮੈਂਟਰੀ ਹੋਣ ਕਰਕੇ, ਫਿਰ ਤੋਂ ਡਬਲ ਸਟ੍ਰੈਂਡਡ ਹੋ ਜਾਣਗੇ, ਫਿਰ ਉਹੀ ਗੱਲ ਟਰਾਂਸਲੇਸ਼ਨ ਫਿਰ ਔਖੀ ਹੋ ਗਈ। ਸੋ ਬਿਕੋਜ਼ ਆਫ 2 ਮੇਨ ਰੀਜ਼ਨਸ ਜਿਹੜਾ ਅਸੀਂ ਕਹਿੰਦੇ ਹਾਂ ਕਿ ਦੋਨਾਂ ਸਟ੍ਰੈਂਡ 'ਚੋਂ ਸਿਰਫ ਇੱਕ ਹੀ ਸਟ੍ਰੈਂਡ ਐਸਾ ਹੈ ਜਿਹੜਾ ਕੀ ਕਰਦਾ ਹੈ? ਟਰਾਂਸਕ੍ਰਿਪਸ਼ਨ, ਰਾਈਟ। ਟਰਾਂਸਕ੍ਰਿਪਸ਼ਨ ਹੋਣ ਦੇ ਲਈ ਇੱਕ ਬੜੀ ਹੀ ਇੰਪੋਰਟੈਂਟ ਰਿਕੁਆਇਰਮੈਂਟ ਹੈ, ਉਹ ਹੈ ਟਰਾਂਸਕ੍ਰਿਪਸ਼ਨ ਯੂਨਿਟ। ਬਿਫੋਰ ਸਟਾਰਟਿੰਗ ਟਰਾਂਸਕ੍ਰਿਪਸ਼ਨ ਯੂਨਿਟ, ਆਈ ਵਾਂਟ ਟੂ ਸ਼ੇਅਰ ਵਨ ਥਿੰਗ ਵਿਦ ਯੂ, ਆਈ ਵਾਂਟ ਟੂ ਸ਼ੇਅਰ ਵਨ ਇੰਪੋਰਟੈਂਟ ਪੁਆਇੰਟ ਹੇਅਰ। ਇੰਪੋਰਟੈਂਟ ਪੁਆਇੰਟ ਇੱਥੇ ਬੇਟੇ ਇਹ ਹੈ ਕਿ ਯੂਕੈਰੀਓਟਸ ਦੇ ਕੇਸ ਦੇ ਵਿੱਚ ਜਿੰਨਾ ਵੀ DNA ਅਸੀਂ ਮੇਨਲੀ ਕੀ DNA ਜਦੋਂ ਸਾਡੇ ਮਾਈਂਡ 'ਚ ਆਉਂਦਾ ਅਸੀਂ ਕੀ ਮੇਨ ਲੈ ਕੇ ਆਉਂਦੇ ਕਿ ਜਿਹੜਾ DNA ਹੈ ਉਹ ਆਪਣੇ ਆਪ ਨੂੰ ਸਾਡੀ ਬੋਡੀ 'ਚ ਐਕਸਪ੍ਰੈਸ ਕਰਾਉਂਦਾ। ਐਕਸਪ੍ਰੈਸ ਕਰਾਉਣ ਦਾ ਮਤਲਬ ਕੀ? ਮੈਂ ਬਾਰ-ਬਾਰ ਰਿਪੀਟ ਕਰਦੀ ਹਾਂ, DNA ਆਪਣੇ ਆਪ ਨੂੰ ਐਕਸਪ੍ਰੈਸ ਕਰਾਉਂਦਾ। ਐਕਸਪ੍ਰੈਸ ਕਰਾਉਣ ਦਾ ਬੇਟਾ ਮਤਲਬ ਹੁੰਦਾ ਕਿ DNA ਤੋਂ ਟਰਾਂਸਕ੍ਰਿਪਸ਼ਨ ਹੁੰਦੀ ਹੈ, RNA ਬਣਦਾ, RNA ਦੀ ਟਰਾਂਸਲੇਸ਼ਨ ਹੁੰਦੀ ਹੈ, ਅੱਗੇ ਪ੍ਰੋਟੀਨਸ ਬਣਦੇ ਆ। ਸੋ ਪ੍ਰੋਟੀਨ ਬਣਦੇ ਆ ਤਾਂ ਸਾਡੀ ਬੋਡੀ 'ਚ ਫਿਰ ਫੰਕਸ਼ਨ ਪਰਫਾਰਮ ਕਰਦੇ। ਇਹੀ ਅਸੀਂ ਕਹਿੰਦੇ ਕਿ DNA ਆਪਣੇ ਆਪ ਨੂੰ ਐਕਸਪ੍ਰੈਸ ਕਰਾਉਂਦਾ। ਠੀਕ ਹੈ ਜੀ। ਕੀ ਤੁਸੀਂ ਗੈਸ ਕਰ ਸਕਦੇ ਹੋ ਕਿ ਯੂਕੈਰੀਓਟਸ ਦੇ ਕੇਸ ਦੇ ਵਿੱਚ ਜਿੰਨਾ ਵੀ DNA ਹੈ, ਤੁਹਾਨੂੰ ਪਤਾ ਹੈ ਸਾਡੇ ਤਕਰੀਬਨ ਇਫ ਆਮ ਨਾਟ ਰੋਂਗ 3 × 10⁻⁹ ਬੇਸ ਪੇਅਰਸ ਆਰ ਪ੍ਰੈਜ਼ੈਂਟ ਇਨ ਹਿਊਮਨ ਜੀਨੋਮ। ਸਾਡੇ ਜੀਨੋਮ ਦੇ ਵਿੱਚ 3 × 10⁻⁹ ਬੇਸ ਪੇਅਰਸ ਨੇ, ATCG। ਮਤਲਬ ਮੈਂ ਇੱਥੇ ਤੁਹਾਨੂੰ ਇਹ ਦੱਸ ਰਹੀ ਕਿ DNA ਬਹੁਤ ਲੰਬਾ ਹੈ, ਬਹੁਤ ਵੱਡਾ ਹੈ, ਲੰਬਾ ਹੈ। ਸੋ ਤੁਸੀਂ ਮੈਨੂੰ ਕੋਈ ਦੱਸ ਸਕਦੇ ਕਿ ਇੰਨਾ ਸਾਰਾ ਜਿੰਨਾ ਵੀ DNA ਸਾਰਾ ਪ੍ਰੋਟੀਨ ਬਣਾਉਂਦਾ ਹੈ?
सारा डीएनए अपने आप को एक्सप्रैस करा सकता है? तो आंसर विल बी नो। बच्चे 98% ऑफ डीएनए ऑफ यूकैरियोट्स जिहड़ा वो प्रोटीन्स नू कोड नहीं करता, वो नॉन कोडिंग हुंदा है। सिर्फ तो सिर्फ 2% ऑफ द डीएनए जिहड़ा है वो अगे प्रोटीन्स बनाता है। ओनली 2%। वो कितना ज़्यादा है, तुसीं ये सोच के देखो किन्ने प्रोटीन्स है जिहड़े साडी बॉडी च फंक्शन कर रहे हैं। ठीक है जी। सो ये हो गया कोडिंग ते नॉन कोडिंग डीएनए। ओके, लेट्स बिगिन विद ट्रांसक्रिप्शन यूनिट। एक बेस का ट्रांसक्रिप्शन का बेस है। सो 3 चीज़ां होंदियां ट्रांसक्रिप्शन यूनिट च बेटा, प्रमोटर, स्ट्रक्चरल जीन ते टर्मीनेटर। प्रमोटर मोटा मोटा प्रमोटर तो ट्रांसक्रिप्शन शुरू होंदी है। ਜਿਹੜਾ ਇਹ ਸਟ੍ਰੈਂਡ है टैंपलेट स्ट्रैंड, ਇਹਦੀ ट्रांसक्रिप्शन ਹੁੰਦੀ है। मीनस ਇਹ वाले डीएनए तो आरएनए बनता, देख लो ना 3' to 5' ਆਪਾਂ ਹੁਣੇ ਕਿਹਾ ਸੀ ਇਹਦੀ ट्रांसक्रिप्शन होनी। तो टर्मीनेटर ਤੇ ਆ ਕੇ ਇਹ चीज़ खत्म हो जाएगी, ट्रांसक्रिप्शन स्टॉप हो जाएगी। प्रमोटर तो इनिशिएट होएगी, टर्मीनेटर ਤੇ स्टॉप होएगी। तो ਇਹ पार्ट ਦੀ स्ट्रक्चरल जीन ਦੀ ट्रांसक्रिप्शन होएगी। कोडिंग ਜਿਹੜਾ ਸਟ੍ਰੈਂਡ है ਉਹਦੀ ट्रांसक्रिप्शन नहीं होनी, राइट। प्रमोटर वो रीजन है डीएनए मोलैक्यूल्स जिथों ट्रांसक्रिप्शन स्टार्ट होंदी है। ट्रांसक्रिप्शन स्टार्ट होने के लिए मतलब आरएनए बनने के लिए किहड़ी एंजाइम मेजर है? आरएनए पॉलीमरेज। आरएनए पॉलीमरेज आके प्रमोटर ते बाइंड करती है तो ट्रांसक्रिप्शन नूं शुरू कर दिंदी है। हुण ये प्रमोटर तुहानूं कित्थे दिखाई दे रहा है, कित्थे प्रेजेंट है? 5' एंड। आ देखो, अगर मैं 5' एंड कह रही, तुसीं कहोगे मैम गलत कह रहे, 3' एंड ते है। पर तुहानूं इत्थे इस गल नूं विद रैफरेंस क्लीयर करना पएगा कि जे मैं 5' एंड कह रही हाँ तो मैं कोडिंग स्ट्रैंड का कह रही हाँ, जे मैं 3' एंड कह रही हाँ तो मैं टैंपलेट स्ट्रैंड का कह रही हाँ। सो ठीक है, मैं इदां ही बोलांगी कि प्रमोटर जिहड़ा वो अपस्ट्रीम इधर वाली साइड जिहड़ी है उधर नूं प्रेजेंट है, 5' वाली साइड ते 5' एंड ऑफ द कोडिंग स्ट्रैंड एंड 3' एंड ऑफ द टैंपलेट स्ट्रैंड। टैंपलेट स्ट्रैंड दा 3' एंड, कोडिंग स्ट्रैंड दा 5' एंड। उधर वाली साइड ते की प्रेजेंट हुंदा साडा? प्रमोटर। आ स्ट्रक्चरल जीन है, ध्यान नाल देखो, इधर वाली साइड अपस्ट्रीम, उधरली साइड डाउनस्ट्रीम। सो यह है साडा प्रमोटर। सो जिहड़ा प्रमोटर है बच्चे, ਉਹਦੀ ਇੱਕ ਖਾਸੀਅਤ ਕੀ ਹੈ, ਉਹ ਡਿਸਟਿੰਗੁਇਸ਼ ਕਿੱਦਾਂ ਕੀਤਾ ਜਾਂਦਾ ਬਾਕੀਆਂ ਤੋਂ? ਉਹਦੇ 'ਚ AT ਰਿਚ ਰੀਜਨ ਹੁੰਦੇ, ਮੀਨਸ AT ਐਡੇਨਿਨ ਥਾਇਮਿਨ ਬਹੁਤ ਜ਼ਿਆਦਾ ਹੁੰਦਾ ਹੈ। ਸੋ ਪ੍ਰਮੋਟਰ ਹੈਜ਼ AT ਰਿਚ ਰੀਜਨ, ਜਿਹਨੂੰ ਟਾਟਾ ਬਾਕਸ ਵੀ ਕਹਿੰਦੇ ਆ, ਗੋਲਡਬਰਗ ਬਾਕਸ ਤੇ ਹੌਗਨੈਸ ਬਾਕਸ, ਇਹ ਸਾਰੇ ਨਾਮ, ਪ੍ਰਿਬਨੋ ਬਾਕਸ ਵੀ ਕਹਿੰਦੇ, ਸਾਰੇ ਨਾਮ ਇਹ ਟਾਟਾ ਬਾਕਸ ਦੇ ਹੈ, ਇਹ ਜਿੱਥੇ AT ਰਿਚ ਰੀਜਨ ਹੈ। ਔਰ ਬੇਟਾ ਜਿੱਥੇ AT ਰਿਚ ਰੀਜਨ ਹੈ, ਤੁਹਾਨੂੰ ਪਤਾ ਹੀ ਹੈ, ਉੱਥੇ ਆ ਕੇ RNA ਪੋਲੀਮਰੇਜ਼ ਨੇ ਬਾਈਂਡ ਕਰਨਾ ਤੇ ਟਰਾਂਸਕ੍ਰਿਪਸ਼ਨ ਦੀ ਸ਼ੁਰੂਆਤ ਕਰਨੀ ਹੈ। टाटा बॉक्स नू प्रिबनो बॉक्स भी कहा जाता है इफ वी टॉक अबाउट प्रोकैरियोट्स, तो हॉगनेस बॉक्स कहा जाता है इन केस ऑफ यूकैरियोट्स। अलग अलग नाम है, गल सेम ही है कि इत्थों ट्रांसक्रिप्शन शुरू होनी है। ठीक है, यूकैरियोट्स दे विच प्रमोटर दे नाल नाल एनहैंसर भी हुंदा। ठीक है जी, बस इन्ना की लर्न कर लो कि इत्थे एनहैंसर भी हुंदा, राइट। दैन आ गया साढ़े कोल स्ट्रक्चरल जीन, मेन जिहड़ा कंपोनेंट है जिहदी ट्रांसक्रिप्शन होनी है, ये वो एरिया है जिहदी ट्रांसक्रिप्शन होनी है, तो की बनना है? RNA। क्लियर हो गया। उस तो बाद आ गया बेटा टर्मीनेटर। टर्मीनेटर के केस दे विच की हुंदा है? दिस इज़ दैट पोजीशन और दिस इज़ दैट पॉइंट वेयर ट्रांसक्रिप्शन विल स्टॉप। तो जिहड़ा टर्मीनेटर है, तुसीं मैनूं दसोगे देख के कि टर्मीनेटर कित्थे प्रेजेंट है। देखो, टर्मीनेटर डाउनस्ट्रीम वाली साइड ते प्रेजेंट है, 5' एंड ऑफ द टैंपलेट स्ट्रैंड वाल कह लो या 3' एंड ऑफ कोडिंग स्ट्रैंड वाल कह लो, इत्थे प्रेजेंट है टर्मीनेटर। एंड इत्थे मेनली की हुंदी है? ट्रांसक्रिप्शन दा एंड हुंदा है, ट्रांसक्रिप्शन इत्थे स्टॉप हो जाती, खत्म हो जाती है। ठीक है जी। सो बेटा ये सी 3 मेन पार्ट्स। ठीक है जी, जिहदे विच असीं एक पढ़िया प्रमोटर, स्ट्रक्चरल जीन ते टर्मीनेटर। मेनली इन्हां तिन्नां दा की तीनों मिल के की बनाते हैं? ट्रांसक्रिप्शन यूनिट। एंड दिस ट्रांसक्रिप्शन यूनिट यही मेन साडी इंपॉर्टेंट पार्ट है ट्रांसक्रिप्शन का। इत्थों ट्रांसक्रिप्शन स्टार्ट होनी है, स्ट्रक्चरल जीन की ट्रांसक्रिप्शन होनी है, इतों mRNA बनना है, तो टर्मीनेटर ते आके RNA बनना स्टॉप हो जाएगा, राइट। एक टर्म इत्थे बिफोर वी प्रोसीड फर्दर, एक टर्म इत्थे होर क्लीयर कर लिए, मोनोसिस्ट्रॉनिक mRNA की हुंदा है? बेटा मोनोसिस्ट्रॉनिक mRNA का मतलब हुंदा है जिहड़ा mRNA सिंगल प्रोटीन बनावे, 1 प्रोटीन फॉर्म करे, फॉर्म्स सिंगल प्रोटीन। एंड मेनली दिस मोनोसिस्ट्रॉनिक mRNA इज प्रेजेंट इन यूकैरियोट्स।
ठीक है। तो फिर पॉलीसिस्ट्रॉनिक की होएगा, पॉलीसिस्ट्रॉनिक mRNA वो mRNA होएगा ਜਿਹੜਾ मोर दैन 1 प्रोटीन बनाएगा, ठीक है जी, मोर दैन 1 प्रोटीन। और यह चीज़ यह वाला पॉलीसिस्ट्रॉनिक किहदे च प्रेजेंट होंदा इन प्रोकैरियोट्स। क्लीयर हो गया बच्चे, मोनोसिस्ट्रॉनिक एंड पॉलीसिस्ट्रॉनिक, ठीक है जी। सो नैक्सट ट्रांसक्रिप्शन के स्टैप स्टार्ट करन तो पहला वी नीड टू अंडरस्टैंड वट आर द मटीरियल्स रिक्वायर्ड फॉर ट्रांसक्रिप्शन। ट्रांसक्रिप्शन होने लई किहड़े किहड़े मटीरियल्स की रिक्वायरमेंट है। सो नंबर 1 सब तो इंपॉर्टेंट चीज़ बच्चे जी ट्रांसक्रिप्शन होने लई चाहिए है वो है साडे कोल पॉलीमरेज एंजाइम, RNA पॉलीमरेज। रैप्लीकेशन होने लई DNA पॉलीमरेज चाहिए सी, वेयर एज ट्रांसक्रिप्शन होने दे लई साडे कोल की चाहिए है RNA पॉलीमरेज। इन केस ऑफ प्रोकैरियोट्स RNA पॉलीमरेज जिहड़ी यूज़ होएगी उहदे 5 सब यूनिट्स ने, ठीक है। 2 अल्फा कई बार किसी जगह पर अल्फा डैश भी लिखा होंगे, 2 अल्फा, बीटा डैश, दिस इज़ ओमेगा एंड दिस इज़ सिग्मा फैक्टर नू अलग क्यों रखा है मैं दसांगी। और यह जिहड़ा बाकी दा पार्ट है बेटा यह वाले इनू कोर एंजाइम कहते हैं, की बोलते हैं कोर एंजाइम। एंड जिहड़ा यह वाला पार्ट है इनू इनीशिएशन फैक्टर कहते हैं। इनू सैपरेटली क्यों लिखा आप हुणे डिस्कस करांगे, ठीक है जी। RNA पॉलीमरेज का एक पार्ट हो गया हॉलो एंजाइम और कोर एंजाइम, दूसरा पार्ट हो गया सिग्मा फैक्टर और इनीशिएशन फैक्टर, राइट। होर की चाहिए ट्रांसक्रिप्शन के लिए DNA टैंपलेट, DNA नहीं होगा तो इन्फॉर्मेशन कित्थों आएगी कि केड़ा RNA बनना है। सो DNA इज़ रिक्वायर्ड। 4 टाइप ऑफ न्यूक्लियोटाइड्स। DNA तो की बनना है RNA बनाने के लिए इट जिदा मैं कहनी होनी रैप्लीकेशन की दीवार बनाने लिए इट्टां चाहिए, DNA बनाने लिए सानू डीऑक्सी राइबो न्यूक्लियोटाइड्स चाहिए ने, RNA बनाने लिए सानू राइबो न्यूक्लियोटाइड्स चाहिए ने। लास्ट इज़ रॉ फैक्टर। दिस इज़ द फैक्टर विच इज़ रिक्वायर्ड फॉर टर्मिनेशन मीनस जिथे आके ट्रांसक्रिप्शन स्टॉप हो जाएगी। ओके, इफ यू टॉक अबाउट यूकैरियोट्स दे विच RNA पॉलीमरेज बेटा 3 टाइप्स दी हुंदी है, 1, 2 एंड 3। जिहड़ी 1 है वो rRNA नू बनाने च हेल्प करती है ट्रांसक्रिप्शन च। जिहड़ी RNA पॉलीमरेज 2 है वो mRNA का प्रिकर्सर बनाती है। प्रिकर्सर आप लेटर ऑन करांगे, HNRNA हुंदा है mRNA का प्रिकर्सर। तो जिहड़े थर्ड वाली rRNA, tRNA ते SNRNA, स्मॉल न्यूक्लियर RNA, कुछ नहीं है, जस्ट ये है RNA पॉलीमरेज डिफरेंट टाइप्स ऑफ RNAs बना रहे हैं, ठीक है। प्रमोटर साइट जिहड़ा है वो आप कर चुके हैं ऑलरेडी, उत्थे जिहड़ा TA सीक्वेंस है, AT रिच रीजन सीक्वेंस। यूकैरियोट्स उन्होंने हॉगनेस बॉक्स कहते हैं, प्रोकैरियोट्स उन्होंने प्रिबनो बॉक्स कहते हैं। चीज़ असीं पढ़ चुके हैं, राइट। सो बच्चे आप पढ़ लिया की चीज़ां चाहिए ट्रांसक्रिप्शन लई, ट्रांसक्रिप्शन यूनिट भी पढ़ लिया। लैट्स बिगिन विद द प्रोसेस ऑफ ट्रांसक्रिप्शन। देयर आर 3 स्टैप्स इन्वॉल्वड इन द ट्रांसक्रिप्शन: इनीशिएशन, इलोंगेशन ते टर्मिनेशन। पहला आप प्रोकैरियोट्स की पढ़ लैंने। प्रोकैरियोट्स के केस दे विच ट्रांसक्रिप्शन किहदे च हुंदी है, साइटोप्लाज्म च, वेयर एज यूकैरियोट के केस च ट्रांसक्रिप्शन किहदे च हुंदी है, न्यूक्लियस दे विच। सो प्रोकैरियोट्स के केस दे विच जिहड़ी एंजाइम मेन है उन्होंने DNA डिपेंडेंट RNA पॉलीमरेज या सिंपली तुसी RNA पॉलीमरेज कह सकते हो। तो प्रोकैरियोट्स के केस दे ਆਪਾਂ ਹੁਣੇ पढ़िया इक्को ही RNA पॉलीमरेज है जिहड़ी हर तरह का RNA बना देगी, चाहे वो mRNA है, चाहे tRNA है, चाहे rRNA। वेयर एज यूकैरियोट्स के केस दे विच देयर आर डिफरेंट RNA पॉलीमरेज फॉर डिफरेंट टाइप्स ऑफ RNAs, ठीक है। इनीशिएशन शुरू करते हैं। RNA पॉलीमरेज कित्थे जाके बाइंड करेगी, असीं पढ़ चुके हैं ट्रांसक्रिप्शन यूनिट के केस दे विच कि RNA पॉलीमरेज आके कित्थे बाइंड करती है, प्रमोटर च। सो RNA पॉलीमरेज रीच द प्रमोटर एंड बाइंड्स टू इट। प्रमोटर ते पहुँचती है तो कित्थे जाके बाइंड कर दिंदी है, प्रमोटर ते जाके बाइंड कर जाती है। दैन हुणे आपां पढ़िया सी कि जिहड़ा RNA पॉलीमरेज है उहदे किन्ने फैक्टर सीगे, उहदे किन्ने तुसीं कह सकते हो पार्ट सीगे। मैं उस तुहानूं पढ़ाया सी, 1 इज़ हॉलो एंजाइम और कोर एंजाइम, अल्फा बीटा डैश ओमेगा। एक सिग्मा फैक्टर जिन्होंने असीं इनीशिएशन फैक्टर कहा सी, उही सिग्मा फैक्टर हुण जिहड़ा है वो प्रमोटर नूं रैकोगनाइज करन च हेल्प करता है। सिग्मा फैक्टर ऑफ RNA पॉलीमरेज रैकोगनाइज किन्नू रैकोगनाइज करेगा, प्रमोटर नूं, क्योंकि RNA पॉलीमरेज ने जाके प्रमोटर ते बाइंड करना है। हो गया जी। दैन इनीशिएट्स, ये नाल की हो जाएगा जदों ही ये एंजाइम जाके बाइंड की, इट विल इनीशिएट द ट्रांसक्रिप्शन प्रोसैस। ओके,
in transcription only a segment of DNA only one of the strand is copied। ਅਸੀਂ ਕਰ ਚੁੱਕੇ ਹਾਂ ਕਿ ਦੋਨਾਂ ਸਟ੍ਰੈਂਡ ਚੋਂ ਇੱਕ ਸਟ੍ਰੈਂਡ ਹੀ ਕਾਪੀ ਹੋਣਾ ਹੈ। ਤਾਂ ਜਿਹੜੇ ਇੱਥੇ ਨਵਾਂ ਸਟ੍ਰੈਂਡ RNA ਦਾ ਜਿਹੜਾ ਬਣਨਾ ਉਹਦੇ ਲਈ ਜਿਹੜੀ ਇੱਟਾਂ ਚਾਹੀਦੀਆਂ ਰਾਈਬੋ ਨਿਊਕਲੀਓਟਾਈਡਸ ਚਾਹੀਦੇ UTP ATP CTP GTP यूरासिल ट्राईफॉस्फेट एडिनोसिन ट्राईफॉस्फेट साइटोसिन ट्राईफॉस्फेट ते ग्वेनोसिन ट्राईफॉस्फेट राइट। चलो जी शुरू होगी ट्रांसक्रिप्शन इलोंगेशन। RNA पॉलीमरेज का जोड़ा कोर एंजाइम वाला पार्ट है। कोर एंजाइम वाला पार्ट केड़ा सी RNA पॉलीमरेज का 2 अल्फा बीटा बीटा डैश ते ओमेगा इन्ने इनीसीएशन करती। जोड़ा बाकी कोर एंजाइम वाला पार्ट रह गया बेटा वो की कराएगा इलोंगेशन। वो in the presence of energy and magnesium ion वो इलोंगेशन कराएगा। इलोंगेशन मीनस RNA हुण ऐड होने शुरू हो गए DNA के ओपोजिट की बनना शुरू हो गया RNA तद तक बेटा कंटिन्यू हुए रहेगा तद तक RNA बनता जाएगा जब तक की नहीं आ जाता टर्मीनेटर। जब तक की नहीं आ जाता टर्मीनेटर। टर्मीनेटर ते आके फिर जिहड़ी साडे कोल ट्रांसक्रिप्शन स्टॉप हो जाएगी। सो लास्ट स्टैप टर्मीनेशन। जदों RNA पॉलीमरेज टर्मीनेटर ते पहुँच गई स्पैशल तरह का एक प्रोटीन उत्थे प्रेजेंट है रो फैक्टर जिहड़ा टर्मीनेशन करा देगा। RNA चेन की फॉर्मेशन स्टॉप होगी। हुण न्यू RNA चेन जिहड़ी है वो DNA तो हुण सैपरेट होएगी लेटर ऑन ते बाद विच उहदा की होएगा असीं लेटर ऑन देखते हैं। मेनली की है जे असी बैक्टीरियल सैल या प्रोकैरियोट्स की गल करिए उहदे च मेन 3 स्टैप चलते हैं। इन बैक्टीरियल सैल एक गल इंपॉर्टेंट इत्थे बड़ी याद रखने वाली है बच्चे जदों प्रोकैरियोट्स के केस दे विच या स्पैशली बैक्टीरियल सैल के केस च mRNA जिहड़ा बन गया हुण फ्रैश नवां बनया उहनूं बाद चों कोई भी प्रोसैसिंग की लोड़ नहीं है। हुण आपां यूकैरियोट्स पढ़ांगे जदों यूकैरियोट्स के केस च mRNA बनेगा उदों ट्रांसक्रिप्शन तो बाद विच कुछ प्रोसैसिंग करानी पेगी। प्रोसैसिंग हुंदा उहनूं कोहदे च कुछ ना कुछ चेंजिस करानी है सो दैट इट विल बिकम एक्टिव। पर इत्थे लोड़ नहीं है जिहड़ा mRNA बन गया तैयार है वो ठीक है। इन प्रोकैरियोट्स या स्पैशली बैक्टीरियल सैल के केस ट्रांसक्रिप्शन ते ट्रांसलेशन इक्को ही जगह ते हुंदी है कोई सैपरेशन नहीं है कि साइटोप्लाज्म ते न्यूक्लीयस दे विच क्योंकि प्रोकैरियोट्स न्यूक्लीयस दे बाहर न्यूक्लीयर बाउंड्री नहीं हुंदी। सो इस करके इक्को जगह ते चल रहा है ट्रांसक्रिप्शन तो इस तो बाद ट्रांसलेशन भी ठीक है जी। और काफ़ी बारी इदा होंदा है कि ट्रांसलेशन हजे ट्रांसक्रिप्शन mRNA हजे पूरा बनया भी नहीं होंदा ट्रांसलेशन पहले ही शुरू हो जाती है। दोनों प्रोसैस कपल्ड हो जाते कपल्ड मीनस साइड बाय साइड चलते हैं ठीक है। एनी हाउ ए सी बैक्टीरियल सैल का स्पैशल केस एक बार इसे डायग्राम देख लें। 2 स्ट्रैंड्स ने DNA दे एक स्ट्रैंड थोड़ा जड़ा अनवाइंड खुलिया देखो RNA पॉलीमरेज के 2 पार्ट उन्हें दिखाते एक वड्डा ओवल दिखाता एक छोटा सिग्मा फैक्टर हो गया कोर एंजाइम हो गया। सिग्मा फैक्टर ने जाके किन्नू रैकोगनाइज किया प्रमोटर साइट नूं ते कोर वाले ने नैक्सट स्टैप कराना इलोंगेशन का। अगे वधी गया देखो हौली हौली अगे वध रहा है। न्यू चेन सिंथेसाइज RNA आ देखो नाल नाल RNA सिंथेसाइज हो रहा है। आ दूजा DNA उही पिया रहना जिहड़ा 3' to 5' वाला DNA है ਇਹ वाला डार्क वाला 3' to 5' दिस डार्क वाला ਇਹਦੇ ਨਾਲ ਤੁਸੀਂ ਦੇਖੋ ਆ ਦੇਖੋ ਧਿਆਨ ਨਾਲ ਦੇਖੋ ਇਹ डार्क वाले ਦੇ ਨਾਲ लाइट कलर ਦਾ ਕੀ ਬਣ ਗਿਆ ਸਾਡੇ ਕੋਲ RNA। सो RNA लेटर ऑन इस तो सैपरेट हो जाएगा। दिस इज़ द प्रोसैस ऑफ ट्रांसक्रिप्शन ईजी है वेरी सिंपल प्रोसैस है ठीक है जी। इनीसीएशन इलोंगेशन ते टर्मीनेशन। हुण असीं बेटा जिक्र करांगे यूकैरियोट्स का। यूकैरियोट्स के केस स्पैशल की है कुछ चीज़ां तो असीं ऑलरेडी कर चुके हैं कि यूकैरियोट्स के केस दे विच ट्रांसक्रिप्शन ज़्यादा कॉम्पलैक्स है। ट्रांसक्रिप्शन न्यूक्लीयस के अंदर होंदी है। एक चीज़ होर याद रखनी इत्थे यूकैरियोट्स के केस च ट्रांसक्रिप्शन एक तो न्यूक्लीयस के विच हुंदी कुछ सैमी ऑटोनोमस सैल ऑर्गेनैली हुंदी है माइटोकॉन्ड्रिया ते प्लास्टिड्स +1 च आपां पढ़िया सी जिन्हां को कंप्लीट मशीनरी हैगी है ट्रांसक्रिप्शन ते ट्रांसलेशन करन दी। इन्हां दोनों ऑर्गेनैली दे विच भी ट्रांसक्रिप्शन हुंदी इन केस ऑफ यूकैरियोट्स। यूकैरियोट्स च 3 तरह दी RNA पॉलीमरेज असीं कर चुके हैं। इनीसीएशन ऑफ ट्रांसक्रिप्शन नूं स्पैशल तरह के प्रोटीन्स चाहिए ने ट्रांसक्रिप्शन फैक्टर जबकि प्रोकैरियोट्स सिर्फ सिग्मा इनीशिएशन हैल्प करता है। इत्थे सिग्मा फैक्टर क्योंकि नहीं है इत्थे ट्रांसक्रिप्शन फैक्टर चाहिए होणगे टू इनीशिएट द ट्रांसक्रिप्शन। RNA आर रिलीज एंड प्रोसैसड इन द न्यूक्लियस। आ बड़ी इंपॉर्टेंट गल है जिहड़ी हुण मेजर डिफरेंस है प्रोकैरियोटिक ते यूकैरियोटिक ट्रांसक्रिप्शन का। उत्थे जदों प्रोकैरियोट्स के केस च जदों RNA बन गया इट इज़ रेडी टू वर्क इट इज़ रेडी टू फरदर फॉर्म प्रोटीन्स कोई मॉडिफिकेशन की लोड़ नहीं। बट हेयर
इन केस ऑफ यूकैरियोट्स पोस्ट ट्रांसक्रिप्शनल मॉडिफिकेशनस होंदियां प्रोटीन दियां सॉरी RNA दियां। वट इज़ पोस्ट ट्रांसक्रिप्शन? पोस्ट मीनस आफ्टर, बाद चों, ट्रांसक्रिप्शनल तो बाद विच जेड़ा mRNA बनया। पहली गल, ट्रांसक्रिप्शन तो बाद ਜਿਹੜਾ mRNA ਬਣਿਆ ਉਹਨੂੰ ਪ੍ਰਾਇਮਰੀ ਟਰਾਂਸਕ੍ਰਿਪਟ ਕਹਿੰਦੇ ਆ। ਨਿਊਲੀ ਫਾਰਮਡ ਜਿਹੜਾ mRNA ਬਣਿਆ ਉਹਨੂੰ ਪ੍ਰਾਇਮਰੀ ਟਰਾਂਸਕ੍ਰਿਪਟ ਕਹਿੰਦੇ ਆ। ਜਦੋਂ ਇਹਦੀ ਮੋਡੀਫਿਕੇਸ਼ਨ ਹੋ ਜਾਏਗੀ ਫਿਰ ਇਹ ਤੋਂ mRNA ਬਣੇਗਾ ਵਿਚ ਵਿਲ ਬੀ ਐਕਟਿਵ ਐਂਡ ਇਟ ਵਿਲ ਫਰਦਰ ਅੰਡਰਗੋ ਟਰਾਂਸਲੇਸ਼ਨ। ਠੀਕ ਹੈ, ਸੋ ਕਰੀਏ ਜੀ ਟਰਾਂਸਕ੍ਰਿਪਸ਼ਨ ਜਿਹੜਾ mRNA ਬਣਿਆ ਉਹ 'ਚ ਕੀ ਚੇਂਜਸ ਆਉਣਗੀਆਂ। ਨੰਬਰ 1 ਇਜ਼ ਸਪਲਾਈਸਿੰਗ। ਬੇਟਾ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਹੁਣੇ ਪੜ੍ਹਾਇਆ ਸੀ ਇਨ ਕੇਸ ਆਫ ਯੂਕੈਰੀਓਟਸ 3 RNA ਪੋਲੀਮਰੇਜ਼ ਹੁੰਦੀਆਂ 1 2 ਐਂਡ 3। ਸੈਕਿੰਡ ਵਾਲੀ ਜਿਹੜਾ ਮੈਂ ਉੱਥੇ ਪੜ੍ਹਾਇਆ ਸੀ, ਸੈਕਿੰਡ ਵਾਲੀ RNA ਪੋਲੀਮਰੇਜ਼ ਜਿਹੜੀ ਹੈ ਉਹ ਪ੍ਰੀਕਰਸਰ ਆਫ mRNA ਬਣਾਉਂਦੀ HNRNA ਜਾਂ ਪ੍ਰਾਇਮਰੀ ਟਰਾਂਸਕ੍ਰਿਪਟ ਕਹਿ ਲਓ। ਆ ਬਣ ਗਿਆ ਬੇਟਾ mRNA। mRNA ਦੇ ਵਿੱਚ ਉਹ ਵਾਲੇ ਰੀਜਨਸ ਵੀ ਹੈ ਜਿਹੜੇ ਅੱਗੇ ਪ੍ਰੋਟੀਨ ਨੂੰ ਕੋਡ ਕਰਨਗੇ, ਦੇ ਆਰ ਕਾਲਡ ਐਜ਼ ਐਗਜ਼ੋਨਸ। ਅਤੇ ਬਹੁਤ ਸਾਰੇ ਇੱਦਾਂ ਦੇ ਸੀਕੁਐਂਸ ਵੀ ਹੋਣਗੇ ਜਿਹੜੇ ਅੱਗੇ ਪ੍ਰੋਟੀਨ ਨਹੀਂ ਬਣਾਉਣਗੇ, ਦੇ ਆਰ ਕਾਲਡ ਐਜ਼ ਇੰਟਰੋਨ। ਤੋ ਇੱਦਾਂ ਜਿਹੜਾ ਹੁਣੇ ਪ੍ਰਾਇਮਰੀ ਟਰਾਂਸਕ੍ਰਿਪਟ ਬਣਿਆ mRNA ਜਾਂ ਤੁਸੀਂ ਕਹਿ ਲਓ RNA ਬਣਿਆ, ਉਹ 'ਚ ਐਗਜ਼ੋਨਸ ਵੀ ਹੈ ਅਤੇ ਇੰਟਰੋਨਸ ਵੀ ਹੈ। ਐਗਜ਼ੋਨਸ ਜਿਹੜੇ ਅੱਗੇ ਫਰਦਰ ਪ੍ਰੋਟੀਨ ਨੂੰ ਕੋਡ ਕਰਨਗੇ ਅਤੇ ਜਿਹੜੇ ਇੰਟਰੋਨਸ ਨੇ ਉਹ ਯੂਜ਼ਲੈਸ ਨੇ, ਅਨਵਾਂਟਡ ਨੇ, ਉਹਨੂੰ ਸਾਨੂੰ ਬਾਹਰ ਕੱਢਣਾ। ਹੁਣ ਕਿਉਂਕਿ ਇੰਟਰੋਨ ਦੀ ਲੋੜ ਨਹੀਂ ਹੈਗੀ mRNA 'ਚ, ਕਿਉਂਕਿ mRNA ਨੇ ਅੱਗੇ ਪ੍ਰੋਟੀਨ ਬਣਾਉਣਾ, ਇੰਟਰੋਨ ਤੋਂ ਤਾਂ ਬਣਨਾ ਨਹੀਂ ਪ੍ਰੋਟੀਨ, ਇਹਨੂੰ ਰਿਮੂਵ ਕਰ ਦਿਓ। ਸੋ ਰਿਮੂਵਲ ਆਫ ਇੰਟਰੋਨਸ ਇਜ਼ ਕਾਲਡ ਐਜ਼ ਸਪਲਾਈਸਿੰਗ। ਕਟਿੰਗ ਹੁੰਦੀ ਹੈ, ਇੰਟਰੋਨਸ ਬਾਹਰ ਜਾਂਦੇ ਆ, ਬਾਕੀ ਜਿਹੜੇ ਐਗਜ਼ੋਨ ਰਹਿ ਗਏ ਉਹ ਜੁੜ ਜਾਂਦੇ ਨੇ। ਸੋ ਇਹ ਹੁੰਦੀ ਹੈ ਸਾਡੇ ਕੋਲ ਸਪਲਾਈਸਿੰਗ। ਠੀਕ ਹੈ, ਸੋ ਇਟ ਟੱਕਰਸ ਵਿਦ ਦ ਹੈਲਪ ਆਫ ਐਨਜ਼ਾਈਮ ਸਮੋਲ ਨਿਊਕਲੀਅਰ RNA ਪ੍ਰੋਟੀਨ, ਔਰ ਉਹਨੂੰ ਕਿੱਦਾਂ ਪ੍ਰੋਨਾਂਸ ਕਰਦੇ, SNRP, ਸਮੋਲ ਨਿਊਕਲੀਅਰ RNA ਪ੍ਰੋਟੀਨ। ਇਹ ਹੈਲਪ ਕਰਦਾ ਹੈ ਸਪਲਾਈਸਿੰਗ ਦੇ ਵਿੱਚ। ਕੁਛ ਨਹੀਂ ਹੈ ਸਪਲਾਈਸਿੰਗ, ਅਨਵਾਂਟਡ ਇੰਟਰੋਨਸ ਜਿਹੜੇ ਨੇ ਜਿਹਨੇ ਅੱਗੇ ਪ੍ਰੋਟੀਨ ਕੋਡ ਨਹੀਂ ਕਰਨਾ ਉਹਨੂੰ ਬਾਹਰ ਕੱਢਣਾ। ਦਿਸ ਇਜ਼ ਫਸਟ ਮੋਡੀਫਿਕੇਸ਼ਨ ਆਫ ਪ੍ਰਾਇਮਰੀ ਟਰਾਂਸਕ੍ਰਿਪਟ ਆਫਟਰ, ਜਦੋਂ ਬਣਿਆ ਉਸ ਤੋਂ ਬਾਅਦ ਪੋਸਟ ਟਰਾਂਸਕ੍ਰਿਪਸ਼ਨ ਤੋਂ ਬਾਅਦ ਪਹਿਲੀ ਮੋਡੀਫਿਕੇਸ਼ਨ। ਸੈਕਿੰਡ ਇਜ਼ ਕੈਪਿੰਗ। ਜਿਹੜਾ mRNA ਬਣਦਾ ਹੈ ਬੇਟਾ, ਜਿਹੜਾ mRNA ਬਣਦਾ ਹੈ ਉਹਦੇ 5' ਐਂਡ 'ਤੇ ਕੈਪਿੰਗ ਹੁੰਦੀ ਹੈ। ਕੈਪਿੰਗ ਦਾ ਮਤਲਬ ਕੀ ਹੈ? ਕੈਪ ਦੇ ਵਿੱਚ ਕੁਝ ਅਨਯੂਜੂਅਲ, ਕੁਝ ਅਲੱਗ ਜਿਹੇ ਤਰ੍ਹਾਂ ਦੇ ਨਿਊਕਲੀਓਟਾਈਡਸ ਹੁੰਦੇ ਨੇ ਜਿਹੜੇ mRNA ਨੂੰ ਪ੍ਰੋਟੈਕਟ ਕਰਦੇ ਨੇ ਤਾਂ ਕਿ ਉਹਨੂੰ ਐਨਜ਼ਾਈਮਸ ਆ ਕੇ ਕੱਟ ਨਾ ਕਰਨ। ਕਿਉਂਕਿ ਸਾਡੇ ਕੋਲ ਇੱਦਾਂ ਦੀਆਂ ਐਨਜ਼ਾਈਮਸ ਹੁੰਦੀਆਂ ਨੇ ਜਿਵੇਂ ਨਿਊਕਲੀਏਸਿਸ ਜਿਹੜੀਆਂ RNA DNA ਨੂੰ ਕੱਟ ਕਰਦੀਆਂ। ਸੋ ਆ ਕੇ ਇੱਥੇ ਕੱਟ ਨਾ ਕਰਨ, ਇੱਥੇ ਕੈਪਿੰਗ ਹੋ ਜਾਂਦੀ। ਉਹਨੂੰ ਕੈਪਿੰਗ ਹੋਣ ਦੇ ਨਾਲ mRNA ਪ੍ਰੋਟੈਕਟ ਹੋ ਜਾਂਦਾ ਤਾਂ ਕਿ ਐਨਜ਼ਾਈਮ ਉਹਨੂੰ ਕੱਟ ਨਾ ਲਾ ਸਕਣ। ਟੇਲਿੰਗ, ਟੇਲਿੰਗ 3' ਐਂਡ 'ਤੇ ਹੁੰਦੀ ਹੈ। ਇੱਥੇ ਪੋਲੀ A ਟੇਲ ਐਡ ਹੋ ਜਾਂਦੀ। ਪੋਲੀ A ਮੀਨਸ 3' ਐਂਡ 'ਤੇ A ਐਡੀਨਿਨ 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 ਐਡ ਹੋ ਜਾਂਦੇ। ਇਹ ਵਾਲੇ ਪਾਸੇ ਨੂੰ 3' ਵਾਲੀ ਸਾਈਡ ਨੂੰ ਪ੍ਰੋਟੈਕਟ ਕਰਦੀਆਂ ਫਰੋਮ ਐਨਜ਼ਾਈਮ। ਉਹੀ ਗੱਲ, ਸੇਮ ਗੱਲ ਕਿ ਇੱਧਰੋਂ ਵੀ ਐਨਜ਼ਾਈਮ ਆ ਕੇ ਕੱਟ ਨਾ ਲਾਣ RNA ਨੂੰ। ਸੋ ਇਹ ਮੋਡੀਫਿਕੇਸ਼ਨ ਬੋਥ ਸਾਈਡ 'ਤੇ ਹੁੰਦੀ ਹੈ, ਕੈਪ ਅਤੇ ਟੇਲ। ਸੋ ਇਹ 3 ਅਸੀਂ ਪੋਸਟ ਟਰਾਂਸਕ੍ਰਿਪਸ਼ਨਲ ਮੋਡੀਫਿਕੇਸ਼ਨ ਕੀਤੀਆਂ ਇਨ ਕੇਸ ਆਫ ਯੂਕੈਰੀਓਟਸ। RNA ਬਣਨ ਤੋਂ ਬਾਅਦ ਜਿਹੜੀਆਂ ਮੋਡੀਫਿਕੇਸ਼ਨਸ ਹੁੰਦੀਆਂ ਨੇ, ਟਰਾਂਸਕ੍ਰਿਪਸ਼ਨ ਹੋਣ ਤੋਂ ਬਾਅਦ ਜਿਹੜੀਆਂ ਮੋਡੀਫਿਕੇਸ਼ਨਸ ਹੁੰਦੀਆਂ ਨੇ, ਜਿਹਦੇ ਕਰਕੇ ਫਿਰ ਫਰਦਰ ਜਿਹੜਾ RNA ਹੈ, ਪਹਿਲਾਂ ਤਾਂ ਪ੍ਰਾਇਮਰੀ ਟਰਾਂਸਕ੍ਰਿਪਟ ਸੀ, ਹੁਣ ਜਿਹੜਾ ਮੋਡੀਫਿਕੇਸ਼ਨ ਹੋਣ ਤੋਂ ਬਾਅਦ RNA ਬਣਿਆ, ਨਾਓ ਇਟ ਇਜ਼ ਐਕਟਿਵ RNA, ਇਟ ਇਜ਼ ਰੈਡੀ ਫॉर ਫਰਦਰ translation for further formation of proteins. So this is all about transcription.